ਬਟਾਲਾ ਦੇ ਵਿੱਚ ਐਨਕਾਊਂਟਰ ਤੋਂ ਬਾਅਦ ਗੈਂਗਸਟਰ ਰਣਜੋਤ ਬੱਬਲੂ ਗ੍ਰਿਫਤਾਰ। ਦੋਵੇਂ ਪਾਸਿਓਂ ਕਰੀਬ 60 ਰਾਉਂਡ ਹੋਏ ਫਾਇਰ। ਇਕੱਲਾ ਬੱਬਲੂ 2 ਪਿਸਤੌਲਾਂ ਦੇ ਨਾਲ ਚਲਾ ਰਿਹਾ ਸੀ ਗੋਲੀਆਂ। ਪੰਜਾਬ ਦੇ ਵਿੱਚ ਦਹਿਸ਼ਤ ਦੀ ਵੱਡੀ ਸਾਜ਼ਿਸ਼ ਨਾਕਾਮ। ਭਾਰੀ ਮਾਤਰਾ ਦੇ ਵਿੱਚ ਅਸਲੇ ਸਣੇ 4 ਮੁਲਜ਼ਮ ਗ੍ਰਿਫਤਾਰ। ISI ਦੇ ਨਾਲ ਕਨੈਕਸ਼ਨ ਦੱਸਿਆ ਜਾ ਰਿਹਾ ਮੁਲਜ਼ਮਾਂ ਦਾ। ਮੋਹਾਲੀ 'ਚ ਕਾਂਗਰਸੀ ਆਗੂ ਕੈਪਟਨ ਸੰਦੀਪ ਸੰਧੂ ਦੇ ਘਰ ਦੇ ਉੱਤੇ ਵਿਜੀਲੈਂਸ ਦਾ ਛਾਪਾ। ਕੈਪਟਨ ਸੰਧੂ ਦੀ ਹੋ ਸਕਦੀ ਹੈ ਗ੍ਰਿਫਤਾਰੀ। 65 ਲੱਖ ਰੁਪਏ ਦੇ ਕਥਿਤ ਸਟਰੀਟ ਲਾਈਟ ਘੁਟਾਲੇ ਦੇ ਵਿੱਚ ਨੇ ਨਾਮਜ਼ਦ। ਨਿਊਜ਼ 18 ਦੀ ਖਬਰ ਦਾ ਵੱਡਾ ਅਸਰ। ਮੌੜ ਮੰਡੀ ਦੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਦਾ ਐਕਸ਼ਨ। 7 ਲੋਕਾਂ ਨੂੰ ਲਿਆ ਗਿਆ ਹਿਰਾਸਤ 'ਚ। ਘਰਾਂ ਦੇ ਅੰਦਰ ਵੜ ਕੇ ਲਈ ਗਈ ਤਲਾਸ਼ੀ। CU ਵੀਡੀਓ ਕਾਂਡ ਦੇ ਵਿੱਚ ਮੁਲਜ਼ਮ ਰੰਕਜ ਨੇ ਰੱਖਿਆ ਆਪਣਾ ਪੱਖ। ਖੁਦ ਨੂੰ ਦੱਸਿਆ ਬੇਕਸੂਰ। ਕਿਹਾ ਮੁੱਖ ਮੁਲਜ਼ਮ ਨੇ ਮੇਰੀ ਫੋਟੋ ਦਾ ਕੀਤਾ ਗਲਤ ਇਸਤੇਮਾਲ। ਹਿਮਾਚਲ ਪੁਲਿਸ ਦੇ ਕੋਲ ਜਾ ਕੇ ਮੈਂ ਖੁਦ ਕੀਤੀ ਸੀ ਸ਼ਿਕਾਇਤ। ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਨੇ ਪੁਲਿਸ ਦੇ ਕੋਲ ਦਰਜ ਕਰਵਾਈ ਸ਼ਿਕਾਇਤ। ਵਿਦੇਸ਼ੀ ਨੰਬਰ ਤੋਂ ਜਾਨ ਤੋਂ ਮਾਰਨ ਦੀ ਮਿਲੀ ਸੀ ਧਮਕੀ। ਦੀਵਾਲੀ ਤੋਂ ਪਹਿਲਾਂ ਘਰ ਦੇ ਵਿੱਚ ਵੜ ਕੇ ਮਾਰਨ ਦੀ ਧਮਕੀ ਦੇ ਵਿੱਚ ਕਹੀ ਗਈ ਸੀ ਗੱਲ। ਤਰਨਤਾਰਨ ਦੇ ਰਸੂਲਪੁਰ ਨਹਿਰਾ ਦੇ ਵਿੱਚ ਪੋਸਟ ਵੈਡਿੰਗ ਸ਼ੂਟ ਦੇ ਦੌਰਾਨ ਦੁਲਹਨ ਅਗਵਾ। ਗੋਲੀਆਂ ਚਲਾਉਂਦੇ ਹੋਏ ਲਾੜੀ ਅਗਵਾ ਕਰਕੇ ਲੈ ਗਏ ਨੌਜਵਾਨ। ਫੋਟੋ ਸ਼ੂਟ ਦੌਰਾਨ ਤਾੜ-ਤਾੜ ਚਲਾਈਆਂ ਗਈਆਂ ਗੋਲੀਆਂ। ਮੋਗਾ 'ਚ ਸੜਕ ਦੇ ਨੇੜੇ ਖੇਡ ਰਹੀ ਮਾਸੂਮ ਤੇ ਚੜੀ ਕਾਰ। 3 ਸਾਲਾ ਬੱਚੀ ਦੀ ਮੌਕੇ ਤੇ ਹੀ ਮੌਤ। ਕਾਰ ਸਵਾਰ ਹੀ ਬੱਚੀ ਨੂੰ ਲੈ ਕੇ ਗਿਆ ਸੀ ਹਸਪਤਾਲ। ਚੰਡੀਗੜ੍ਹ ਤੋਂ ਪੂਰੇ ਦੇਸ਼ ਨੇ ਦੇਖੀ ਇੰਡੀਅਨ 에ਅਰਫੋਰਸ ਦੀ ਤਾਕਤ। ਰਾਫੇਲ, ਸੁਖੋਈ, ਮਿਗ ਤੇ ਪ੍ਰਚੰਡ ਸਣੇ 80 ਤੋਂ ਜ਼ਿਆਦਾ 에ਅਰਕ੍ਰਾਫਟ ਨੇ ਦਿਖਾਏ ਜ਼ੋਹਰ। Now you can see on your television screens Mi-17 V5. ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਇਸ ਬੁਲੇਟਿਨ ਦੇ ਵਿੱਚ ਇੱਕ ਵੱਡੀ ਤੇ ਅਹਿਮ ਖਬਰ ਜੋ ਪੰਜਾਬ ਵਾਸੀਆਂ ਦੇ ਲਈ ਹੈਰਾਨ ਕਰਨ ਵਾਲੀ ਵੀ ਖਬਰ ਹੈ। ਜੀ ਹਾਂ, ਸ਼ੁਰੂਆਤ ਵੱਡੀ ਖਬਰ ਦੇ ਨਾਲ ਤੇ ਵੱਡੀ ਖਬਰ ਹੈ ਤਰਨਤਾਰਨ ਤੋਂ, ਜਿੱਥੇ ਇੱਕ ਲਾੜੀ ਨੂੰ ਕਿਡਨੈਪ ਕਰ ਲਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਵਿਆਹ ਸੀ, ਪੋਸਟ ਵੈਡਿੰਗ ਚੱਲ ਰਹੀ ਸੀ। ਉਸ ਤੋਂ ਬਾਅਦ ਪੋਸਟ ਵੈਡਿੰਗ ਸ਼ੂਟ ਚੱਲ ਰਿਹਾ ਸੀ ਤੇ ਇਸ ਦੌਰਾਨ ਲਾੜੀ ਨੂੰ ਅਗਵਾ ਕਰ ਲਿਆ ਗਿਆ। ਵਿਆਹ ਤੋਂ ਬਾਅਦ ਫੋਟੋ ਸ਼ੂਟ ਦੌਰਾਨ ਦੁਲਹਨ ਅਗਵਾ ਕਰ ਲਈ ਗਈ। ਗੋਲੀਆਂ ਚਲਾਉਂਦੇ ਹੋਏ ਦੁਲਹਨ ਨੂੰ ਅਗਵਾ ਕਰਕੇ ਨੌਜਵਾਨ ਲੈ ਗਏ। ਫੋਟੋ ਸ਼ੂਟ ਦੌਰਾਨ ਤਾੜ-ਤਾੜ ਉੱਥੇ ਗੋਲੀਆਂ ਚਲਾਈਆਂ ਗਈਆਂ। ਤਰਨਤਾਰਨ ਦੇ ਪਿੰਡ ਰਸੂਲਪੁਰ ਨਹਿਰਾ ਦੀ ਇਹ ਪੂਰੀ ਘਟਨਾ ਹੈ। ਤਾਂ ਦੁਲਹਨ ਕਿਡਨੈਪ ਹੋਈ ਹੈ। ਪੋਸਟ ਵੈਡਿੰਗ ਸ਼ੂਟ ਦੇ ਦੌਰਾਨ ਇਹ ਪੂਰਾ ਘਟਨਾਕ੍ਰਮ ਵਾਪਰਿਆ ਹੈ। ਪੂਰੀ ਖਬਰ ਕੀ ਹੈ, ਉਹ ਪੂਰਾ ਜਾਣਕਾਰੀ, ਪੂਰੀ ਇਨਫੋਰਮੇਸ਼ਨ ਤੁਹਾਨੂੰ ਦਵਾਂਗੇ। ਦਰਅਸਲ ਪਿੰਡ ਰਸੂਲਪੁਰ ਨਹਿਰਾ ਦੇ ਵਿੱਚ ਸਵੇਰ ਦੇ ਸਮੇਂ ਵਿਆਹ ਸੀ। ਵਿਆਹ ਹੋਇਆ, ਲਾਵਾਂ ਪੜੀਆਂ ਗਈਆਂ, ਗੁਰੂ ਘਰ ਦੇ ਵਿੱਚ ਪਰਿਵਾਰ ਪਹੁੰਚੇ ਸੀ। ਉਸ ਤੋਂ ਬਾਅਦ ਉੱਥੇ ਇੱਕ ਨਹਿਰ ਦੇ ਕੰਢੇ ਦੱਸਿਆ ਜਾ ਰਿਹਾ ਕਿ ਇੱਕ ਫੋਟੋ ਸ਼ੂਟ ਚੱਲ ਰਿਹਾ ਸੀ। ਆਮ ਤੌਰ ਤੇ ਜਿਵੇਂ ਵਿਆਹਾਂ ਦੇ ਵਿੱਚ ਹੁੰਦਾ ਕਿ ਲਾੜਾ ਲਾੜੀ ਦੋਵਾਂ ਦੀਆਂ ਫੋਟੋਆਂ ਖਿੱਚਦੇ ਨੇ ਫੋਟੋਗ੍ਰਾਫਰ ਜਿਹੜੇ ਹੁੰਦੇ ਨੇ, ਤੇ ਉਸ ਤਰੀਕੇ ਨਾਲ ਹੀ ਇੱਥੇ ਵੀ ਫੋਟੋ ਸ਼ੂਟ ਚੱਲ ਰਿਹਾ ਸੀ। ਤੇ ਇਸ ਵਿਚਾਲੇ ਇਲਜ਼ਾਮ ਨੇ ਕਿ ਕੁਝ ਲੋਕ ਉੱਥੇ ਆ ਗਏ, ਕੁਝ ਨੌਜਵਾਨ ਉੱਥੇ ਆ ਗਏ। ਉਹਨਾਂ ਦੇ ਵੱਲੋਂ ਗੋਲੀਆਂ ਤਾੜ-ਤਾੜ ਫਾਇਰਿੰਗ ਕੀਤੀ ਗਈ, ਗੋਲੀਆਂ ਚਲਾਈਆਂ ਗਈਆਂ ਤੇ ਕੁੜੀ ਨੂੰ ਅਗਵਾ ਕਰਕੇ ਲੈ ਗਏ। ਜਿਸ ਦਾ ਵਿਆਹ ਹੋਇਆ ਸੀ ਸਵੇਰੇ, ਉਸ ਨੂੰ ਹੀ ਅਗਵਾ ਕਰਕੇ ਲੈ ਗਏ ਔਰ ਫੋਟੋ ਸ਼ੂਟ ਦੌਰਾਨ ਇਹ ਲਾਈਵ ਕਿਡਨੈਪਿੰਗ ਹੋਈ ਹੈ। ਇਹ ਸੁਣਨ ਨੂੰ ਬਹੁਤ ਹੈਰਾਨ ਕਰਨ ਵਾਲਾ ਪੰਜਾਬ ਦੇ ਵਿੱਚ ਮਾਮਲਾ ਲੱਗਦਾ ਹੈ, ਪਰ ਇਹ ਸਭ ਕੁਝ ਘਟਨਾਕ੍ਰਮ ਵਾਪਰਿਆ। ਹਾਲਾਂਕਿ ਇਸ ਦੇ ਪਿੱਛੇ ਵਜ੍ਹਾ ਕੀ ਹੈ, ਉਹ ਕੌਣ ਨੌਜਵਾਨ ਸੀ, ਕਿ ਇਹ ਇੱਕ ਤਰਫਾ ਪਿਆਰ ਦਾ ਮਾਮਲਾ ਹੈ ਕਿ ਜਿਹੜੀ ਕੁੜੀ ਦਾ ਵਿਆਹ ਹੋ ਰਿਹਾ ਸੀ, ਉਹ ਜਿਹੜੇ ਨੌਜਵਾਨ ਲੈ ਕੇ ਗਏ ਨੇ ਉਹਨਾਂ ਦੇ ਉੱਤੇ ਕੀ ਇਲਜ਼ਾਮ ਨੇ, ਉਹ ਕਿਉਂ ਉਸ ਨੂੰ ਕੁੜੀ ਨੂੰ ਨਾਲ ਲੈ ਗਏ, ਇਹ ਸਾਰੇ ਲਾਜ਼ਮੀ ਤੌਰ ਤੇ ਸਵਾਲ ਨੇ ਜੋ ਹਰ ਕਿਸ ਦੇ ਜ਼ਿਹਨ ਦੇ ਵਿੱਚ ਉੱਠ ਰਹੇ ਹੋਣਗੇ। ਇੱਕ ਵੱਡੀ ਖਬਰ ਜ਼ਰੂਰ ਹੈ, ਕਿਉਂਕਿ ਇਹ ਹੋਰ ਸੂਬਿਆਂ ਤੋਂ ਅਜਿਹੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਸੀ ਜਾਂ ਫਿਰ ਅਸੀਂ ਫਿਲਮਾਂ ਦੇ ਵਿੱਚ ਅਜਿਹੀਆਂ ਚੀਜ਼ਾਂ ਦੇਖਦੇ ਹਾਂ ਕਿ ਵਿਆਹ ਵਾਲੇ ਮੰਡਪ ਤੋਂ ਹੀ ਕੁੜੀ ਨੂੰ ਅਗਵਾ ਕਰ ਲਿਆ ਜਾਂਦਾ ਹੈ, ਰਾਤ ਦੇ ਵਿੱਚੋਂ ਅਗਵਾ ਕਰ ਲਿਆ ਜਾਂਦਾ ਹੈ। ਸਭ ਫਿਲਮੀ ਗੱਲਾਂ ਲੱਗਦੀਆਂ ਸੀ, ਪਰ ਇਹ ਸਭ ਕੁਝ ਤਰਨਤਾਰਨ ਦੇ ਵਿੱਚ ਵਾਪਰਿਆ। ਤਰਨਤਾਰਨ ਦੇ ਪਿੰਡ ਰਸੂਲਪੁਰ ਨਹਿਰਾ ਦੇ ਵਿੱਚ ਵਾਪਰਿਆ, ਜੋ ਇਸ ਸਮੇਂ ਸਾਡੇ ਕੋਲ ਜਾਣਕਾਰੀ ਹੈ। ਜਾਂਚ ਦਾ ਵਿਸ਼ਾ ਜ਼ਰੂਰ ਹੈ ਕਿ ਆਖਿਰ ਪੂਰਾ ਘਟਨਾਕ੍ਰਮ ਹੋਇਆ ਕੀ ਹੈ, ਕਿਉਂ ਇਸ ਤਰੀਕੇ ਨਾਲ ਕੁੜੀ ਨੂੰ ਅਗਵਾ ਕਰ ਲਿਆ ਗਿਆ। ਪਰ ਲਾਵਾਂ ਹੋਈਆਂ, ਲਾਵਾਂ ਲੈਣ ਤੋਂ ਬਾਅਦ ਜਿਵੇਂ ਰਸਮਾਂ ਹੁੰਦੀਆਂ ਨੇ ਆਪਣੇ ਸਮਾਜ ਦੇ ਵਿੱਚ ਕਿ ਪਰਿਵਾਰ ਜਾਂਦੇ ਨੇ ਔਰ ਗੁਰਦੁਆਰਾ ਸਾਹਿਬ ਉੱਥੇ ਲਾਵਾਂ ਲਈਆਂ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਕਿਸੇ ਹੋਰ ਥਾਂ ਦੇ ਉੱਤੇ ਕੋਈ ਪਾਰਟੀ ਰੱਖੀ ਜਾਂਦੀ ਹੈ ਔਰ ਇਸ ਦੌਰਾਨ
ਜਿਹੜੇ ਇਸ ਤਰੀਕੇ ਨਾਲ ਸ਼ੂਟ ਵੀ ਕਰਵਾਏ ਜਾਂਦੇ ਨੇ ਤਾਂ ਕਿ ਜਿਹੜੀਆਂ ਵਿਆਹ ਦੇ ਮੌਕੇ ਦੀਆਂ ਯਾਦਾਂ ਉਸ ਨੂੰ ਸੰਜੋ ਕੇ ਰੱਖਿਆ ਜਾਵੇ। ਤਾਂ ਉਹੀ ਫੋਟੋ ਸ਼ੂਟ ਚੱਲ ਰਿਹਾ ਸੀ ਤੇ ਇਸ ਫੋਟੋ ਸ਼ੂਟ ਦੇ ਦੌਰਾਨ ਕੁਝ ਨੌਜਵਾਨ ਉੱਥੇ ਪਹੁੰਚਦੇ ਨੇ, ਗੋਲੀਆਂ ਚਲਾਈਆਂ ਜਾਂਦੀਆਂ ਨੇ, ਫਾਇਰ ਕੀਤੇ ਜਾਂਦੇ ਨੇ ਤੇ ਇਸ ਵਿਚਾਲੇ ਕੁੜੀ ਨੂੰ ਅਗਵਾ ਕਰਕੇ ਨੌਜਵਾਨ ਉੱਥੋਂ ਫਰਾਰ ਹੋ ਗਏ। ਵਾਰਦਾਤ ਜੀ ਇੱਥੇ ਤੇ ਅਸੀਂ ਤੇ ਉੱਥੋਂ ਫੇਰੇ ਕਰਕੇ ਤੇ ਪੈਲਸ ਦੇ ਵਿੱਚੋਂ ਕੁੜੀ ਨੂੰ ਘਲਤਾ ਤੇ ਰਸਤੇ ਦੇ ਵਿੱਚ ਇੱਥੇ ਪੱਟੀ ਰੋਡ ਦੇ ਉੱਤੇ ਇਹਨਾਂ ਨੇ ਕਿਤੇ ਰੁਕੇ ਆ ਤੇ ਗੋਲੀ ਚਲਾ ਕੇ ਤੇ ਕੁੜੀ ਗੋਲੀ ਖੋ ਕੇ ਤੇ ਲੈ ਗਏ ਆ। ਕਾਰਵਾਈ ਤਾਂ ਹੁਣ ਅਸੀਂ ਤੇ ਆਪਣੇ ਵੱਲੋਂ ਉੱਥੋਂ ਫੇਰੇ ਕਰਕੇ ਤੇ ਅਸੀਂ ਤੇ ਘੱਲ ਦਿੱਤਾ ਤੇ ਹੁਣ ਇੱਥੋਂ ਰਾਹ ਦੇ ਵਿੱਚ ਗੋਲੀ ਚਲਾ ਕੇ ਤੇ ਹੁਣ ਗੋਲੀ ਖੋ ਕੇ ਲੈ ਗਏ। ਨਹੀਂ ਪਹਿਲਾਂ ਇਹਨਾਂ ਦੀ ਉਦਾਂ ਵੈਸੇ ਰਿਸ਼ਤੇਦਾਰੀ ਹੈਗੀ, ਇਹਦੇ ਆਂਦੇ ਹੀ ਸਾਨੂੰ ਰਿਸ਼ਤਾ ਲੈਣਾ। ਅੱਛਾ, ਤੇ ਅਸੀਂ ਆ ਵੀ ਨਹੀਂ ਉਹ ਨਸ਼ੇ ਪੱਤੇ ਕਰਦਾ ਤੇ ਅਸੀਂ ਨਹੀਂ ਵੀ ਰਿਸ਼ਤਾ ਨਹੀਂ ਕਰਨਾ। ਜਿਹਦੀ ਮੈਰਿਜ ਸੀ ਤੇ ਉਹ ਵਿਆਹ ਤੋਂ ਬਾਅਦ ਜਿਹੜੇ ਵਾਪਸ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਫੌਜ ਬਣਾਉਣ ਡਏ ਸੀ। ਉੱਥੇ ਜਿਹੜੇ ਵਿਅਕਤੀ ਆਏ ਉਹ ਲੜਕੀ ਨੂੰ ਉੱਥੋਂ ਗਵਾ ਕਰਕੇ ਲੈ ਗਏ। ਉਹਨਾਂ ਦੇ ਖਿਲਾਫ 6 ਬੰਦਿਆਂ ਦੇ 22 ਨੰਬਰ ਪਰਚਾ ਦਰਜ ਹੈ ਤੇ 6 ਬੰਦੇ ਜਿਹੜੇ ਅਣਪਛਾਤੇ ਵਿਅਕਤੀ ਆ ਉਹਨਾਂ ਦੇ ਖਿਲਾਫ ਮੁਕੱਦਮਾ ਨੰਬਰ 196 ਜਿਹੜਾ ਦਰਜ ਕੀਤਾ ਗਿਆ ਅੰਡਰ ਸੈਕਸ਼ਨ 365, 307, 506, 120, 20, 148, 149, 25, 54, 59 ਮਾਮਲਾ ਦਰਜ ਕੀਤਾ ਗਿਆ। ਤਫਤੀਸ਼ ਜਾਰੀ ਹੈ। ਜਿਹੜੇ ਤਾਂ ਜੋ ਜ਼ਿਕਰ ਅਸੀਂ ਕਰ ਰਹੇ ਸੀ ਕਿ ਜਿਸ ਤਰੀਕੇ ਨਾਲ ਫਿਲਮਾਂ ਦੇ ਵਿੱਚ ਕਹਾਣੀਆਂ ਵੇਖਣ ਨੂੰ ਮਿਲਦੀਆਂ ਨੇ ਕਿ ਕੁੜੀ ਨੂੰ ਅਗਵਾ ਕਰ ਲਿਆ ਗਿਆ, ਵਿਆਹ ਵਾਲੇ ਦਿਨ ਵਿਆਹ ਵਾਲੇ ਪਾਸੇ ਜਾਂਦੇ ਸਮੇਂ ਮੰਡਪ ਦੇ ਵਿੱਚ ਜਾਂ ਵਿਆਹ ਤੋਂ ਬਾਅਦ ਉਹੀ ਕੁਝ ਹੁੰਦਾ ਹੋਇਆ ਇੱਥੇ ਨਜ਼ਰ ਆਇਆ ਤਰਨਤਾਰਨ ਦੇ ਵਿੱਚ। ਤਰਨਤਾਰਨ ਦੇ ਰਸੂਲਪੁਰ ਨਹਿਰਾ ਪਿੰਡ ਦੀ ਇਹ ਪੂਰੀ ਘਟਨਾ ਦੱਸੀ ਜਾ ਰਹੀ ਹੈ। ਵਿਆਹ ਹੋਇਆ ਸੀ, ਲਾਵਾਂ ਲਈਆਂ ਗਈਆਂ ਤੇ ਉਸ ਤੋਂ ਬਾਅਦ ਫੋਟੋ ਸ਼ੂਟ ਚੱਲ ਰਿਹਾ ਸੀ। ਜੋ ਮੈਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਜਿਵੇਂ ਸੰਜੋ ਕੇ ਰੱਖਦਾ ਹਰ ਕੋਈ ਵਿਆਹ ਵਾਲੇ ਦਿਨ ਦੀਆਂ ਪੂਰੀਆਂ ਯਾਦਾਂ, ਤਾਂ ਉਸ ਤਰੀਕੇ ਨਾਲ ਹੀ ਫੋਟੋ ਖਿਚਵਾਈਆਂ ਜਾ ਰਹੀਆਂ ਸੀ। ਉੱਥੇ ਕੁਝ ਨੌਜਵਾਨ ਪਹੁੰਚਦੇ ਨੇ, ਗੋਲੀਆਂ ਚਲਾਈਆਂ ਜਾਂਦੀਆਂ ਨੇ, ਕੁੜੀ ਨੂੰ ਅਗਵਾ ਕਰਕੇ ਫਿਰ ਇਹ ਫਰਾਰ ਹੋ ਜਾਂਦੇ ਨੇ। ਹੋਰ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ। ਸਿੱਧਾ ਰੁਕ ਕਰਦੇ ਹਾਂ, ਸਾਡੇ ਸਹਿਯੋਗੀ ਇਸ ਸਮੇਂ ਸਾਡੇ ਨਾਲ ਜੁੜ ਰਹੇ ਨੇ ਸਿਧਾਰਥ, ਔਰ ਸਿਧਾਰਥ ਇਸ ਸਮੇਂ ਉਸ ਥਾਂ ਦੇ ਉੱਤੇ ਮੌਜੂਦ ਨੇ ਜਿੱਥੇ ਇਹ ਪੂਰਾ ਘਟਨਾਕ੍ਰਮ ਵਾਪਰਿਆ ਹੈ। ਸਿਧਾਰਥ ਦੱਸੋ ਕੀ ਕੁਝ ਹੋਇਆ ਹੈ? ਕੁੜੀ ਨੂੰ ਅਗਵਾ ਕਰ ਲਿਆ ਗਿਆ, ਕਿੰਨੇ ਨੌਜਵਾਨ ਸੀ, ਕੀ ਕੁਝ ਇਸ ਸਮੇਂ ਇਨਫੋਰਮੇਸ਼ਨ ਹੈ ਇਸ ਪੂਰੇ ਮਾਮਲੇ ਦੇ ਵਿੱਚ? ਸਿਧਾਰਥ ਜੀ ਬਿਲਕੁਲ ਗੌਰਵ, ਇਸ ਵਕਤ ਜਿਹੜਾ ਹੈ ਆਪਾਂ ਉਸੇ ਹੀ ਜਗ੍ਹਾ ਤੇ ਮੌਜੂਦ ਹਾਂ ਜਿਹੜੀ ਜਗ੍ਹਾ ਤੇ ਇਹ ਸਾਰੀ ਵਾਰਦਾਤ ਹੁੰਦੀ ਹੈ ਤੇ ਜਿੱਥੇ ਕੁੜੀ ਨੂੰ ਗਵਾਹ ਕੀਤਾ ਜਾਂਦਾ ਹੈ। ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ। ਇਹ ਉਹ ਤਸਵੀਰਾਂ ਨੇ ਜਿੱਥੇ ਇੱਥੇ ਜਿਹੜੇ ਨੇ ਇਹ ਸ਼ੂਟ ਕਰਦੇ ਨੇ। ਹਾਲਾਂਕਿ ਇਸ ਜਗ੍ਹਾ ਤੇ ਖੜ ਕੇ ਜਦੋਂ ਗੱਡੀ ਜਿਹੜੀ ਆ ਤਰਨਤਾਰਨ ਵਾਲੇ ਪਾਸਿਓਂ ਤੇ ਪੱਟੀ ਵਾਲੇ ਰੋਡ ਤੇ ਆਉਂਦੀ ਹੈ ਤਾਂ ਰਸੂਲਪੁਰ ਇੱਕ ਵਿਲੇਜ ਹੈ, ਪਿੰਡ ਹੈ, ਉੱਥੇ ਬਾਰ-ਬਾਰ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਜਿਹੜੇ ਨੇ ਜੰਗਲ ਨੇ, ਹਾਲਾਂਕਿ ਦਰਖਤ ਲੱਗੇ ਹੋਏ ਨੇ ਤਾਂ ਇੱਥੇ ਕਈ ਲੋਕ ਜਿਹੜੇ ਨੇ ਸ਼ੂਟ ਜਿਹੜਾ ਨੇ ਫੋਟੋਆਂ ਖਿਚਵਾਉਂਦੇ ਨੇ ਤੇ ਉੱਥੇ ਹੀ ਖਲੋ ਕੇ ਇੱਥੇ ਜਿਸ ਜਗ੍ਹਾ ਤੇ ਫੋਟੋ ਕਰਾਉਣ ਲੱਗੇ ਤਾਂ ਇਸ ਜਗ੍ਹਾ ਤੇ ਜਦੋਂ ਵਿਆਹ ਕਰਨ ਤੋਂ ਬਾਅਦ ਜਦੋਂ ਇੱਥੇ ਉਹ ਪਹੁੰਚਦੇ ਨੇ, ਲੜਕੀ ਤੇ ਲੜਕਾ ਇੱਥੇ ਫੋਟੋਆਂ ਕਰਾ ਰਹੇ ਹੁੰਦੇ ਨੇ। ਉਧਰੋਂ ਜਿਹੜੀਆਂ 2 ਨੋਵਾ, ਜਿੱਥੋਂ ਟਰੱਕ ਆ ਰਿਹਾ ਇਸ ਸਾਈਡ ਤੋਂ ਜਿਹੜੀਆਂ ਨੇ 2 ਨੋਵਾ ਭਰ ਕੇ ਜਿਹੜੀਆਂ ਮੁੰਡਿਆਂ ਦੇ ਨਾਲ ਦੱਸਿਆ ਜਾ ਰਿਹਾ ਕਿ ਆਉਂਦੀਆਂ ਨੇ ਤੇ ਜਿੱਥੇ ਕੁੜੀ ਫੋਟੋ ਕਰਾ ਰਹੀ ਹੁੰਦੀ ਹੈ ਲੜਕੇ ਦੇ ਨਾਲ, ਉੱਥੇ ਹੀ ਗੋਲੀਆਂ ਚੱਲਣੀਆਂ ਜਿੱਥੇ ਸ਼ੁਰੂ ਹੋ ਜਾਂਦੀਆਂ ਨੇ। ਇਸ ਘਟਨਾ ਵਾਲੀ ਸਥਾਨ ਤੇ ਜਿਹੜੀਆਂ ਨੇ ਗੋਲੀਆਂ ਚੱਲਦੀਆਂ ਨੇ। ਇਸ ਗੋਲੀਆਂ ਚੱਲਣ ਤੋਂ ਬਾਅਦ ਜਿਹੜਾ ਹੈ ਦੱਸਿਆ ਜਾਂਦਾ ਕਿ ਇਸ ਤੋਂ ਹੀ ਜਿਹੜਾ ਹੈ ਉਸ ਨੂੰ ਲੈ ਕੇ ਚਲੇ ਜਾਂਦੇ ਨੇ। ਹਾਲਾਂਕਿ ਇੱਥੋਂ ਗੋਲੀਆਂ ਚਲਾਉਣ ਤੋਂ ਬਾਅਦ ਇਸ ਜਗ੍ਹਾ ਤੋਂ ਬਾਅਦ ਜਿਹੜਾ ਹੈ ਉੱਥੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਜੇ ਗੱਲ ਕੀਤੀ ਜਾਵੇ ਤਾਂ 12 ਲੋਕਾਂ ਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਗਿਆ ਤੇ ਨਾਲ ਹੀ ਆਮ ਜਗਤ ਦੇ ਨਾਲ ਜਿਹੜਾ ਹੈ 306, 307 ਹੋਰ ਧਾਰਾਵਾਂ ਦੇ ਨਾਲ ਮਾਮਲਾ ਦਰਜ ਕੀਤਾ ਗਿਆ ਤੇ ਕੁੜੀ ਨੂੰ ਅਗਵਾ ਕਰਕੇ ਇੱਥੋਂ ਉਹ ਫਰਾਰ ਹੋ ਜਾਂਦੇ ਨੇ। ਇਸ ਵਾਲੀ ਸਾਈਡ ਤੇ ਜਿਹੜਾ ਹੈ ਜਿਹੜੀ ਸੜਕ ਹੈ ਇਹ ਪੱਟੀ ਨੂੰ ਜਾਂਦੀ ਹੈ। ਹਾਲਾਂਕਿ ਗੱਡੀਆਂ ਜਿਹੜੀਆਂ ਨੇ ਇਸ ਇੱਧਰ ਵਾਲੀ ਸਾਈਡ ਨੂੰ ਜਾ ਕੇ ਫਿਰ ਅੱਗੋਂ ਦੀ ਘੁੰਮ ਕੇ ਜਿਹੜੀਆਂ ਨੇ ਫਿਰ ਉਹ ਤਰਨਤਾਰਨ ਵਾਲੀ ਸਾਈਡ ਨੂੰ ਫਰਾਰ ਹੋ ਜਾਂਦੀਆਂ ਨੇ। ਹਾਲਾਂਕਿ ਇਸ ਮਾਮਲੇ ਦੇ ਵਿੱਚ ਪੁਲਿਸ ਵੱਲੋਂ ਵੀ ਮਾਮਲੇ ਦੀ ਜਾਂਚ ਜਾਰੀ ਹੈ, ਲੇਕਿਨ ਪੁਲਿਸ ਨੂੰ ਕਿਤੇ ਨਾ ਕਿਤੇ ਜਦੋਂ ਕਾਰਵਾਈ ਕੀਤੀ ਗਈ ਹੈ ਦੱਸਿਆ ਜਾ ਰਿਹਾ ਕਿ ਲੜਕੀ ਦਾ ਪਰਿਵਾਰ ਵੀ ਸਾਹਮਣੇ ਆਇਆ। ਉਹਨਾਂ ਵੱਲੋਂ ਕਿਹਾ ਗਿਆ ਕਿ ਜਿਹੜਾ ਹੈ ਲੜਕਾ ਸੀ ਜਿਹੜਾ ਉਹ ਨਸ਼ੇ ਕਰਨ ਦਾ ਆਦੀ ਸੀ, ਇਸ ਕਰਕੇ ਉਸ ਨੂੰ ਅਸੀਂ ਵਿਆਹ ਨਹੀਂ ਕਰ ਦਿੱਤਾ। ਬਾਈ ਨੇ 6 ਜਾਣਿਆਂ ਤੇ ਜਿਹੜਾ ਮਾਮਲਾ ਦਰਜ ਹੁੰਦਾ ਹੈ। ਹਾਲਾਂਕਿ ਜੇ ਗੱਲ ਕੀਤੀ ਜਾਵੇ ਤਾਂ ਕੋਈ CCTV ਜਿਹੜੀ ਹੈ ਇਸ ਘਟਨਾ ਸਥਲ ਤੇ ਨਹੀਂ ਹੈ ਕਿਉਂਕਿ ਇਹ ਰੋਡ ਹੈ। ਇਸ ਕਰਕੇ ਜਿਹੜੀ ਹੈ CCTV ਨਾ ਹੋਣ ਕਰਕੇ ਪੁਲਿਸ ਨੂੰ ਵੀ ਜਿਹੜੀ ਹੈ ਥੋੜੀ ਜੀ ਪਰੇਸ਼ਾਨੀ ਹੋਈ ਟ੍ਰੇਸ ਕਰਨ 'ਚ, ਲੇਕਿਨ ਫਿਰ ਵੀ ਪੁਲਿਸ ਨੇ ਇਸ ਮਾਮਲੇ ਵਿੱਚ ਜਿਹੜੀ ਹੈ 12 ਲੋਕਾਂ ਦੇ ਖਿਲਾਫ ਜਿਹੜਾ ਹੈ ਮਾਮਲਾ ਦਰਜ ਕਰ ਦਿੱਤਾ ਹੈ। ਔਰ ਇਹੀ ਘਟਨਾ ਹੈ ਇੱਥੇ ਇਸ ਜਗ੍ਹਾ ਤੇ ਜਿਹੜੀ ਹੈ ਸਾਰੀ ਉਹ ਘਟਨਾ ਉਸ ਦਿਨ ਹੋਈ ਹੈ। ਜੀ ਸਿਧਾਰਥ, ਇਹ ਜਾਣਨਾ ਚਾਹੁੰਦੇ ਹਾਂ ਪਰਿਵਾਰ ਇਸ ਸਮੇਂ ਕੀ ਕਹਿ ਰਿਹਾ, ਜਿਨ੍ਹਾਂ ਦੀ ਕੁੜੀ ਹੈ, ਕੁੜੀ ਦੇ ਮਾਪੇ ਕੀ ਕੁਝ ਕਹਿ ਰਹੇ ਨੇ? ਕੀ ਇਹ ਕੋਈ ਇੱਕ ਤਰਫਾ ਪਿਆਰ ਵਾਲਾ ਮਾਮਲਾ ਹੈ? ਪੁਲਿਸ ਇਸ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ
ਕਿ ਇਸ ਤੋਂ ਪਹਿਲਾਂ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਧਮਕੀ ਮਿਲੀ ਹੋਵੇ, ਕੁੜੀ ਨੂੰ ਕੋਈ ਧਮਕੀ ਮਿਲੀ ਹੋਵੇ, ਕੁੜੀ ਦੇ ਭਰਾ ਜਾਂ ਫਿਰ ਹੋਰ ਰਿਸ਼ਤੇਦਾਰਾਂ ਤੱਕ ਕਿਸੇ ਨੇ ਕੋਈ ਇਸ ਤਰੀਕੇ ਦੀ ਧਮਕੀ ਪਹੁੰਚਾਈ ਹੋਵੇ? ਕਿਉਂਕਿ ਆਮ ਤੌਰ ਤੇ ਪੰਜਾਬ ਦੇ ਵਿੱਚ ਇਸ ਤਰੀਕੇ ਦੀ ਘਟਨਾ ਨਹੀਂ ਵਾਪਰਦੀ। ਇਹ ਬਹੁਤ ਵੱਡੀ ਗੱਲ ਹੈ ਕਿ ਕੁੜੀ ਨੂੰ ਵਿਆਹ ਵਾਲੇ ਦਿਨ ਹੀ ਕੋਈ ਕਿਡਨੈਪ ਕਰਕੇ ਲੈ ਜਾਵੇ। ਬਿਲਕੁਲ ਜੇ ਗੱਲ ਕੀਤੀ ਜਾਵੇ ਤਾਂ ਪਰਿਵਾਰ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਜਿਹੜੀਆਂ ਫਸਟ ਬਿਆਨ ਸੀ ਜਦੋਂ ਉਹਨਾਂ ਦੇ ਉਹ ਸਾਹਮਣੇ ਆ ਜਾਂਦੇ ਨੇ, ਉਸ ਤੋਂ ਬਾਅਦ ਪਰਿਵਾਰ ਨੇ ਗੱਲਬਾਤ ਨਹੀਂ ਕੀਤੀ। ਜੇ ਗੱਲ ਕੀਤੀ ਜਾਵੇ ਤਾਂ ਪੁਲਿਸ ਦੋ ਐਂਗਲਾਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਉਹ ਅਗਵਾ ਕਰਕੇ ਲੈ ਕੇ ਗਏ ਨੇ ਤੇ ਜਾਂ ਕੀ ਕੁੜੀ ਦੇ ਉਸ ਲੜਕੇ ਦੇ ਨਾਲ ਕੋਈ ਸਬੰਧ ਸੀ, ਕਿਉਂਕਿ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਉਹ ਜਿਹੜੇ ਲੜਕੇ ਸੀ ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਹੋਇਆ ਉਹ ਅੰਮ੍ਰਿਤਸਰ ਦੇ ਰਹਿਣ ਵਾਲੇ ਸੀ, ਅੰਮ੍ਰਿਤਸਰ ਦੇ ਵਸਨੀਕ ਸੀ ਜਿਨ੍ਹਾਂ ਦੇ ਉੱਪਰ ਇਹ ਪਰਚਾ ਦਰਜ ਹੋਇਆ ਹੈ। ਹਾਲਾਂਕਿ ਪੁਲਿਸ ਦੋ ਐਂਗਲਾਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜੇ ਨਾਲ ਹੀ ਗੱਲ ਕੀਤੀ ਜਾਵੇ ਤਾਂ ਪੁਲਿਸ ਨੇ ਦੋਵੇਂ ਐਂਗਲ ਦੇਖੇ ਨੇ ਕਿ ਕਿਤੇ ਉਹ ਕੁੜੀ ਜਾਂ ਲੜਕਾ ਆਪਸ ਦੇ ਵਿੱਚ ਕਿਤੇ ਪਿਆਰ ਨਹੀਂ ਕਰਦੇ ਸੀ, ਲੇਕਿਨ ਸਵਾਲ ਵੀ ਖੜੇ ਹੁੰਦੇ ਨੇ ਕਿ ਜੇ ਅਗਰ ਕੁੜੀ ਦੇ ਕੋਈ ਕਿਤੇ ਨਾ ਕਿਤੇ ਸਬੰਧ ਹੋਣਗੇ ਤੇ ਉਸਨੇ ਮੈਰਿਜ ਕਿਉਂ ਕਰਵਾਈ। ਹਾਲਾਂਕਿ ਕਈ ਸਵਾਲ ਜਿਹੜੇ ਨੇ ਇਸ ਮਾਮਲੇ ਦੇ ਵਿੱਚ ਖੜੇ ਹੁੰਦੇ ਨੇ। ਜੀ ਬਿਲकुल, बहुत सारे सवाल खड़े होंगे ने। शुक्रिया सिद्धार्थ, धन्यवाद साडे नाल जुड़न दे लई, इस पूरी गलबात दे लई। और उस थां दे उत्ते साडे सहयोगी सिद्धार्थ मौजूद ने और जिस थां दे उत्ते पूरा घटनाक्रम वापर रहा है और काबिल गौर भी है कि कुड़ी नूं अगवा कर लिया गया। हुण सवाल यही है कि आखिर ये अगवा किया गया है या फिर पिछे दी कहानी कुछ वखरी है। ये बड़ी खबर इस करके भी हो जाती है क्योंकि ये फिल्मी स्टाइल दे विच पंजाब च अजिही कोई घटना वापरी होवे सुनन नूं देखण नूं पिछले कुछ समय दे विच नहीं मिलिया है। ਹੁਣ ਅੱਗੇ ਵਧਦੇ ਹਾਂ, ਅਗਲੀ ਖਬਰ ਦਾ ਰੁਖ ਕਰਦੇ ਹਾਂ ਤੇ ਗੱਲ ਹੋਵੇਗੀ ਸਰਨਾ ਤੇ ਸੁਖਬੀਰ ਬਾਦਲ ਦੀ। ਜੀ ਹਾਂ, ਸੁਖਬੀਰ ਬਾਦਲ ਤੇ ਸਰਨਾ ਇਹ ਇਕੱਠੇ ਹੋ ਗਏ ਨੇ, ਵੱਡੀ ਖਬਰ ਹੈ ਇਸ ਸਮੇਂ ਦੀ, ਉਸ ਦਾ ਰੁਖ ਕਰਦੇ ਹਾਂ ਅਸੀਂ। ਦਿੱਲੀ ਦੇ ਵਿੱਚ ਸਰਨਾ ਨੇ ਬੋਰਡ ਲਗਵਾ ਦਿੱਤੇ ਨੇ। ਸੁਖਬੀਰ ਤੇ ਸਰਨਾ ਕੀ ਇਕੱਠੇ ਹੋ ਗਏ ਨੇ, ਬੋਰਡ ਦੇ ਵਿੱਚ ਸਰਨਾ ਦੇ ਨਾਲ ਸੁਖਬੀਰ ਬਾਦਲ ਦੀ ਵੀ ਤਸਵੀਰ ਹੈ। ਕਾਬਿਲ ਗੌਰ ਹੈ ਕਿ ਅਕਾਲੀ ਦਲ ਦਿੱਲੀ ਜੋ ਸਰਨਾ ਬ੍ਰਦਰਜ਼ ਹੈਗੇ ਨੇ, ਸਰਨਾ ਭਰਾ ਹੈਗੇ ਨੇ, ਉਹਨਾਂ ਦੀ ਪਾਰਟੀ ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਜਿਸ ਦੇ ਪ੍ਰਧਾਨ ਨੇ, ਤੇ ਦੋਵੇਂ ਪਾਰਟੀਆਂ ਇੱਕ ਦੂਜੇ ਦੇ ਖਿਲਾਫ ਚੋਣਾਂ ਦੇ ਵਿੱਚ ਉਤਰਦੀਆਂ ਨੇ, ਖਾਸ ਤੌਰ ਤੇ ਡੀਐਸਜੀਐਮਸੀ ਦੀਆਂ ਚੋਣਾਂ ਦੇ ਵਿੱਚ, ਤਾਂ ਕਿ ਹੁਣ ਗਿਲੇ ਸ਼ਿਕਵੇ ਦੂਰ ਤੇ ਹੁਣ ਇਕੱਠੇ ਹੋ ਗਏ ਨੇ। ਇਹ ਇੱਕ ਵੱਡੀ ਗੱਲ ਜ਼ਰੂਰ ਹੈ। ਕਾਬਿਲ ਗੌਰ ਹੈ ਕਿ ਇਸ ਤੋਂ ਕੁਝ ਦਿਨ ਪਹਿਲਾਂ ਹਰਮੀਤ ਸਿੰਘ ਕਾਲਕਾ ਜੋ ਡੀਐਸਜੀਐਮਸੀ ਦੇ ਪ੍ਰਧਾਨ ਨੇ, ਉਹਨਾਂ ਨੇ ਆ ਕੇ ਇਲਜ਼ਾਮ ਲਗਾਏ ਸਨ ਕਿ ਇੱਕ ਵੱਡਾ ਅਹੁਦਾ ਸਰਨਾ ਨੂੰ ਮਿਲਣ ਜਾ ਰਿਹਾ ਹੈ ਔਰ 10 ਕਰੋੜ ਦੀ ਡੀਲ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਸੀ। ਦਿੱਲੀ ਦੇ ਵਿੱਚ ਸਰਨਾ ਨੇ ਬੋਰਡ ਲਗਵਾ ਦਿੱਤੇ ਨੇ। ਬੋਰਡ ਦੇ ਵਿੱਚ ਸਰਨਾ ਦੇ ਨਾਲ ਸੁਖਬੀਰ ਸਿੰਘ ਬਾਦਲ ਦੀ ਵੀ ਤਸਵੀਰ ਹੈ। ਪੰਥਕ ਲੜਾਈ ਵੱਖਰੀ, ਸਿਆਸੀ ਲੜਾਈ ਇਕੱਠੀ। ਕਿਸ ਤਰੀਕੇ ਨਾਲ ਚੱਲੇਗਾ ਹੁਣ ਸਿਆਸੀ ਤਸਵੀਰ ਵੀ ਕੀ ਬਦਲਦੀ ਹੋਈ ਨਜ਼ਰ ਆ ਰਹੀ ਹੈ। ਖੈਰ, ਰੁਕ ਕਰਦੇ ਹਾਂ, ਸਾਡੇ ਸਹਿਯੋਗੀ ਇਸ ਸਮੇਂ ਪੰਕਜ ਕਪਾਹੀ ਸਾਡੇ ਨਾਲ ਨੇ ਫੋਨ ਲਾਈਨ ਦੇ ਉੱਤੇ। ਪੰਕਜ, ਕੀ ਕੁਝ ਜਾਣਕਾਰੀ ਹੈ ਕਿ ਸਿਆਸੀ ਸਮੀਕਰਨ ਖਾਸ ਤੌਰ ਤੇ ਦਿੱਲੀ ਦੇ ਵਿੱਚ ਔਰ ਦਿੱਲੀ ਦੀ ਸਿੱਖ ਸਿਆਸਤ ਦੇ ਵਿੱਚ ਬਣਦੇ ਹੋਏ ਨਜ਼ਰ ਆ ਰਹੇ ਨੇ? देखो, सियासत ਦੇ ਵਿੱਚ ਕੋਈ ਵੀ ਪਰਮਾਨੈਂਟ ਦੁਸ਼ਮਣ ਔਰ ਪਰਮਾਨੈਂਟ ਦੋਸਤ ਨਹੀਂ ਹੁੰਦਾ, ਕਿਉਂਕਿ ਮਨਜੀਤ ਸਿੰਘ ਡੀਕੇ ਤੇ ਜਦੋਂ ਮਨਜਿੰਦਰ ਸਿੰਘ ਸਿਰਸਾ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਦੇ ਵਿੱਚ ਸੀਗੇ, ਅਕਾਲੀ ਦਲ ਦੇ ਵਿੱਚ ਸੀਗੇ, ਤਾਂ ਉਸ ਵੇਲੇ ਪਰਮਜੀਤ ਸਿੰਘ ਸਰਨਾ ਹੋਰਾਂ ਦੇ ਨਾਲ ਟਾਕਰਾ ਹਮੇਸ਼ਾ ਤੋਂ ਰਿਹਾ ਵਾ। ਸਰਨਾ ਪਹਿਲਾਂ ਪ੍ਰਧਾਨ ਹੁੰਦੇ ਸੀਗੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ, ਲੇਕਿਨ ਮਨਜੀਤ ਸਿੰਘ ਜੀਕੇ ਤੇ ਸਿਰਸਾ ਹੋਰਾਂ ਨੇ ਉਹਨਾਂ ਨੂੰ ਕੁਰਸੀ ਤੋਂ ਉਤਾਰ ਦਿੱਤਾ। ਲੇਕਿਨ ਹੁਣ ਜਦੋਂ ਮਨਜਿੰਦਰ ਸਿੰਘ ਸਿਰਸਾ ਦੂਰ ਹੋ ਗਏ ਨੇ, ਮਨਜੀਤ ਸਿੰਘ ਜੀਕੇ ਨੂੰ ਬਾਹਰ ਕਰਤਾ ਸੀ, ਤਾਂ ਇਸ ਵੇਲੇ ਇੱਕ ਅਜਿਹੇ ਚਿਹਰੇ ਦੀ ਲੋੜ ਸੀਗੀ ਸੁਖਬੀਰ ਬਾਦਲ ਨੂੰ, ਜਿਹੜਾ ਕਿ ਅਕਾਲੀ ਦਲ ਨੂੰ ਮਜ਼ਬੂਤ ਦਿੱਲੀ ਦੇ ਵਿੱਚ, ਕਿਉਂਕਿ ਸਰਨਾ ਭਰਾਵਾਂ ਦੀ ਜਿਹੜੇ ਕਰਮ ਖਿਆਲੀ ਨੇ ਉਹਨਾਂ ਦੇ ਵਿੱਚ ਵੀ ਇੱਕ ਚੰਗੀ ਇਮੇਜ ਹੈ ਔਰ ਪਾਕਿਸਤਾਨ ਦੇ ਵਿੱਚ ਵੀ ਗੁਰੂ ਘਰਾਂ ਦੇ ਵਿੱਚ ਉਹਨਾਂ ਦੀ ਸੇਵਾ ਜਿਹੜੀ ਉਹ ਲੱਗੀ ਹੁੰਦੀ ਹੈ। ਤਾਂ ਇਸ ਵੇਲੇ ਹੁਣ ਦੁਸ਼ਮਣ ਦੋਸਤ ਹੁੰਦੇ ਨਜ਼ਰ ਆ ਰਹੇ ਨੇ। ਕੱਲ ਦੁਪਹਿਰ 3 ਵਜੇ ਮੁਲਾਕਾਤ ਹੋਏਗੀ। ਸੁਖਬੀਰ ਸਿੰਘ ਬਾਦਲ ਸਰਨਾ ਘਰ ਦੇ ਵਿੱਚ ਆਉਣਗੇ ਦਿੱਲੀ ਦੇ ਵਿੱਚ, ਪੰਜਾਬੀ ਬਾਗ ਦੇ ਵਿੱਚ, ਔਰ ਉਸ ਤੋਂ ਬਾਅਦ ਕੀ ਇਹਨਾਂ ਨੂੰ ਚਿਹਰਾ ਐਲਾਨ ਦਿੱਤਾ ਜਾਂਦਾ ਹੈ ਦਿੱਲੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਵੱਲੋਂ, ਕਿਉਂਕਿ ਹਰਮੀਤ ਸਿੰਘ ਕਾਲਕਾ ਸਿਰਸਾ ਤੋਂ ਬਾਅਦ ਚਿਹਰਾ ਬਣੇ ਸੀਗੇ ਸੁਖਬੀਰ ਬਾਦਲ ਦੇ ਲਈ, ਲੇਕਿਨ ਹਰਮੀਤ ਸਿੰਘ ਕਾਲਕਾ ਵੀ ਦੂਰ ਹੋ ਗਏ। ਤਾਂ ਹੁਣ ਅਜਿਹੇ ਅਗਰ ਪਰਮਜੀਤ ਸਿੰਘ ਸਰਨਾ ਦੇ ਨਾਲ ਗੱਲਬਾਤ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਹੋ ਜਾਂਦੀ ਹੈ, ਕਿਉਂਕਿ ਇਹ ਤਸਵੀਰ ਦੇਖੋ ਕਿ ਤੁਹਾਨੂੰ ਇੱਕ ਬੋਰਡ ਦੇ ਵਿੱਚ ਨਜ਼ਰ ਆ ਰਹੇ ਨੇ ਪਰਮਜੀਤ ਸਿੰਘ ਸਰਨਾ ਤੇ ਸੁਖਬੀਰ ਬਾਦਲ, ਜੋ ਅਮੂਮਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਹੋਣ ਜਾਂ ਇੱਕ ਦੂਸਰੇ ਦੇ ਖਿਲਾਫ ਬੋਲਦੇ ਰਹੇ ਨੇ, ਅਟੈਕ ਕਰਦੇ। ਜ਼ਰੂਰਤ ਕਹੀਏ ਜਾਂ ਮੌਕੇ ਦੀ ਨਜ਼ਾਕਤ ਕਹੀਏ ਕਿ ਇੱਕ ਦੂਸਰੇ ਨੂੰ ਇਕੱਠੇ ਹੁੰਦੇ ਹੋਏ ਤੁਹਾਨੂੰ ਕੱਲ ਦੀ ਤਸਵੀਰ ਜਿਹੜੀ ਉਹ ਨਜ਼ਰ ਆਏਗੀ। ਫਿਲਹਾਲ ਜਿਹੜੇ ਸਰਨਾ ਨੇ ਬੋਰਡ ਜਿਹੜੇ ਨੇ ਉਹ ਦਿੱਲੀ ਦੇ ਵਿੱਚ ਲਗਾ ਦਿੱਤੇ ਨੇ। ਸ਼ੁਕਰੀਆ ਪੰਕਜ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਤਾਂ ਇਹ ਬੋਰਡ ਬਹੁਤ ਕੁਝ ਕਹਿ ਰਹੇ ਨੇ। ਬੋਰਡ ਦੇ ਉੱਤੇ ਲਿਖਿਆ ਜੋ ਹੋਇਆ ਉਸ ਤੋਂ ਜ਼ਿਆਦਾ ਬੋਰਡ ਦੇ ਉੱਤੇ ਜਿਹੜੀਆਂ ਤਸਵੀਰਾਂ ਨੇ ਉਹ ਬਹੁਤ ਕੁਝ ਬਿਆਨ ਕਰ ਰਹੀਆਂ ਨੇ।
ਤਾਂ ਕਿ ਸਿਆਸੀ ਤੌਰ ਦੇ ਉੱਤੇ ਇਕੱਠੇ ਹੋ ਕੇ ਇੱਕ ਵੱਖਰੇ ਤਰੀਕੇ ਨਾਲ ਸਿੱਖ ਸਿਆਸਤ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨਜ਼ਰ ਆਏਗੀ ਔਰ ਕੀ ਇਹ ਗੜਜੋੜ ਹੈ ਜਾਂ ਰਲੇਵਾ ਹੋਏਗਾ, ਕੀ ਹੋਏਗਾ, ਉਸ ਦੇ ਉੱਤੇ ਸਭ ਦੀ ਨਜ਼ਰ ਹੈ। ਸਾਬਕਾ ਪ੍ਰਧਾਨ ਨੇ ਸਰਨਾ ਡੀਐਸਜੀਐਮਸੀ ਦੇ ਔਰ ਇਹ ਕਾਬਿਲੇ ਗੌਰ ਹੈ ਕਿ ਆਮੋ ਸਾਹਮਣੇ ਰਹੇ ਨੇ ਕਿ ਜੇਕਰ ਦਿੱਲੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਡੀਐਸਜੀਐਮਸੀ ਦੀਆਂ ਚੋਣਾਂ ਦੇ ਵਿੱਚ ਮੁਕਾਬਲਾ ਹੁੰਦਾ ਸੀ ਤਾਂ ਸਾਹਮਣੇ ਸਭ ਤੋਂ ਅਹਿਮ ਸਰਨਾ ਧੜਾ ਹੀ ਹੁੰਦਾ ਸੀ। ਪਰ ਹੁਣ ਸਮੀਕਰਨ ਬਦਲ ਚੁੱਕੇ ਨੇ ਔਰ ਸਮੀਕਰਨ ਬਦਲਦੇ ਬਹੁਤ ਸਾਰੇ ਚਿਹਰੇ ਅਕਾਲੀ ਦਲ ਤੋਂ ਦਿੱਲੀ ਦੇ ਵਿੱਚ ਦੂਰ ਹੋਏ। ਮਨਜਿੰਦਰ ਸਿੰਘ ਸਿਰਸਾ, ਹਰਮੀਤ ਸਿੰਘ ਕਾਲਕਾ ਦਾ ਇੱਕ ਨਾਮ ਹੈ, ਉਸ ਤੋਂ ਪਹਿਲਾਂ ਮਨਜੀਤ ਸਿੰਘ ਜੀਕੇ ਦਾ ਨਾਮ ਹੈ ਤੇ ਇਹ ਸਾਰੇ ਆਗੂ ਨੇ ਜੋ ਵੱਖ ਹੋ ਗਏ, ਜੋ ਕਦੇ ਅਕਾਲੀ ਦਲ ਦੇ ਜ਼ਰੂਰ ਨਾਲ ਹੁੰਦੇ ਸੀ ਤੇ ਹੁਣ ਤਾਂ ਕੀ ਸਰਨਾ ਦੇ ਨਾਲ ਅਕਾਲੀ ਦਲ ਕੋਈ ਨਵਾਂ ਫਰੰਟ ਜਾਂ ਫਿਰ ਨਵੀਂ ਰਣਨੀਤੀ ਦੇ ਨਾਲ ਖਾਸ ਤੌਰ ਤੇ ਦਿੱਲੀ ਦੀ ਸਿੱਖ ਸਿਆਸਤ ਦੇ ਵਿੱਚ ਨਜ਼ਰ ਆ ਸਕਦਾ ਹੈ। ਇੱਕ ਹੋਰ ਵੱਡੀ ਖਬਰ ਉਸ ਦਾ ਰੁਖ ਕਰਦੇ ਹਾਂ। ਐਸਜੀਪੀਸੀ ਦੇ ਪੰਥਕ ਰੋਸ ਮਾਰਚ ਦੇ ਉੱਤੇ ਐਚਐਸਜੀਪੀਸੀ ਸਖਤੀ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ। ਅੰਬਾਲਾ ਤੋਂ ਇੱਕ ਰੋਸ ਮਾਰਚ ਸ਼ੁਰੂ ਹੋਇਆ ਸੀ ਔਰ ਉਸ ਰੋਸ ਮਾਰਚ ਦੇ ਵਿੱਚ ਸ਼ਾਮਲ ਹੋਣ ਵਾਲੇ ਮੁਲਾਜ਼ਮਾਂ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ। ਹਰਿਆਣਾ ਦੇ ਵਿੱਚ ਗੁਰੂ ਘਰਾਂ ਦੇ ਕਈ ਮੁਲਾਜ਼ਮ ਵੀ ਉਸ ਦੇ ਵਿੱਚ ਸ਼ਾਮਲ ਹੋਏ ਸੀ ਰੋਸ ਮਾਰਚ ਦੇ ਵਿੱਚ। ਐਚਐਸਜੀਪੀਸੀ ਦੇ ਵੱਲੋਂ ਮੁਲਾਜ਼ਮਾਂ ਦੀ ਲਿਸਟ ਬਣਾਈ ਜਾ ਰਹੀ ਹੈ। ਰੋਸ ਮਾਰਚ ਦੇ ਬਹਾਨੇ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ, ਅਹੁਦਿਆਂ ਦੇ ਲਾਲਚ ਦੇ ਵਿੱਚ ਇਹ ਰੋਸ ਮਾਰਚ ਕੱਢਿਆ ਗਿਆ। ਕਾਬਿਲੇ ਗੌਰ ਹੈ ਇੱਥੇ ਪੂਰਾ ਮਾਮਲਾ ਤੁਹਾਨੂੰ ਦੱਸਦੇ ਹਾਂ। ਇੱਕ ਦਿਨ ਪਹਿਲਾਂ ਹੀ ਵੱਖ-ਵੱਖ ਥਾਵਾਂ ਤੋਂ ਤਲਵੰਡੀ ਸਾਬੋ ਤੋਂ, ਅਨੰਦਪੁਰ ਸਾਹਿਬ ਤੋਂ ਤੇ ਇੱਕ ਰੋਸ ਮਾਰਚ ਅੰਬਾਲਾ ਤੋਂ ਸ਼ੁਰੂ ਕੀਤਾ ਗਿਆ ਸੀ ਜੋ ਪਹੁੰਚਿਆ ਅੰਮ੍ਰਿਤਸਰ ਅਕਾਲ ਤਖਤ ਸਾਹਿਬ ਜਾ ਕੇ ਅਰਦਾਸ ਕਰਵਾਈ ਗਈ ਔਰ ਮੁੱਦਾ ਸੀ ਹਰਿਆਣਾ ਦੇ ਵਿੱਚ ਵੱਖਰੀ ਕਮੇਟੀ ਦੀ ਮਾਨਤਾ ਨੂੰ ਬਰਕਰਾਰ ਰੱਖਣ ਦਾ। ਤਾਂ ਉਸ ਮੁੱਦੇ ਉੱਤੇ ਕਿਉਂਕਿ ਅੰਬਾਲਾ ਤੋਂ ਇਹ ਰੋਸ ਮਾਰਚ ਸ਼ੁਰੂ ਹੋਇਆ ਸੀ ਤਾਂ ਇਹ ਕਿਹਾ ਜਾ ਰਿਹਾ ਕਿ ਹਰਿਆਣਾ ਦੇ ਵੀ ਕਈ ਗੁਰਦੁਆਰਾ ਸਹਿਬਾਨਾਂ ਦੇ ਜਿਹੜੇ ਪ੍ਰਬੰਧਕ ਜਾਂ ਹੋਰ ਜਿਹੜੇ ਮੁਲਾਜ਼ਮ ਐਚਐਸਜੀਪੀਸੀ ਦੇ ਅਧੀਨ ਆਉਂਦੇ ਨੇ ਉਹ ਵੀ ਇਸ ਰੋਸ ਮਾਰਚ ਦੇ ਵਿੱਚ ਸ਼ਾਮਲ ਹੋਏ ਸਨ। ਉਹਨਾਂ ਦੇ ਉੱਤੇ ਹੁਣ ਸਖਤੀ ਦੇ ਰੋਂਦ ਦੇ ਵਿੱਚ ਨਜ਼ਰ ਆ ਰਹੀ ਹੈ ਐਚਐਸਜੀਪੀਸੀ। के नाम पे उन्होंने केवल गुमराह किया है और बड़ी खुशी की बात है कि इसके साथ उनके साथ इसमें कोई भी शामिल नहीं हुआ। केवल वो व्यक्ति जिनको ये गुमराह करके अभी ले गए हैं, जहाँ कोई अपने ओहदे के लालच में, कोई पता होना चाहिए ओहदे किस चीज़ के लेंगे बादल से। वो पंजाब में तो 2 एमएलए रह गए उनके और हरियाणा में वो क्या दे देंगे। और आज हरियाणा के सिख जाग चुका है, जागरूक हो चुका है। पंथक रोस मार्च एक गुमराह रोस मार्च है, गुमराह करने की कोशिश की गई लेकिन हरियाणा से कोई भी उनके साथ नहीं गया। जो गए हैं उनको हरमंदिर साहब दरबार साहब के दर्शन कह के वो झूठा बोल के ले गए हैं। लेकिन जो मुलाजम वर्ग गए हैं उनकी हम इंक्वायरी निकाल रहे हैं, उनकी हम ऑर्डर बुक चेक कर रहे हैं। पंजोखरा साहब, नाडा साहब, मंजी साहब, 6वीं पातशाही कुरुक्षेत्र, लखनऊ साहब, जहाँ से भी अगर कोई गाड़ी ले गया है, अगर कोई वहाँ गया है, वो उनके ऊपर इंक्वायरी बिठाई जाएगी, उनके खिलाफ बनती कार्रवाई की जाएगी। ਤਾਂ ਐਚਐਸਜੀਪੀਸੀ ਦੇ ਅਧਿਕਾਰੀ ਸਾਫ਼ ਕਰ ਰਹੇ ਨੇ ਕਿ ਜਿਹੜੇ ਰੋਸ ਮਾਰਚ ਦੇ ਵਿੱਚ ਸ਼ਾਮਲ ਹੋਏ ਸੀ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇਗਾ। ਇਸ ਸਭ ਦੇ ਵਿਚਾਲੇ ਇੱਕ ਹੋਰ ਵੱਡੀ ਖਬਰ ਉਸ ਦਾ ਰੁਖ ਕਰਦੇ ਹਾਂ। ਨਿਊਜ਼ 18 ਦੀ ਖਬਰ ਦਾ ਅਸਰ ਹੋਇਆ ਹੈ। ਖਬਰ ਹੈ ਮੌੜ ਮੰਡੀ ਤੋਂ। ਜੀ ਹਾਂ, ਮੌੜ ਮੰਡੀ ਦੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਪੁਲਿਸ ਨੇ ਐਕਸ਼ਨ ਲਿਆ ਔਰ ਐਕਸ਼ਨ ਹੈ ਭਾਈ ਬਖਤੌਰ ਪਿੰਡ ਦੇ ਵਿੱਚ ਅਤੇ ਨੇੜਲੇ ਪਿੰਡਾਂ ਦੇ ਵਿੱਚ ਰੇਡ ਕੀਤੀ ਗਈ ਹੈ। ਕਾਬਿਲੇ ਗੌਰ ਹੈ ਕਿ ਨਿਊਜ਼ 18 ਨੇ ਉਹ ਖਬਰ ਦਿਖਾਈ ਸੀ ਜਦੋਂ ਇੱਕ ਪਿੰਡ ਦੇ ਵਿੱਚ ਬੋਰਡ ਲਗਾ ਦਿੱਤਾ ਗਿਆ ਕਿ ਨਸ਼ਾ ਇੱਧਰ ਮਿਲਦਾ ਹੈ, ਚਿੱਟਾ ਇੱਧਰ ਮਿਲਦਾ ਹੈ। ਤਾਂ ਉਸ ਖਬਰ ਦੇ ਨਸ਼ਰ ਹੋਣ ਤੋਂ ਬਾਅਦ ਹੁਣ ਜਿਹੜਾ ਵਿਭਾਗ ਹੈ, ਜਿਹੜੀ ਪੁਲਿਸ ਆ, ਐਕਸ਼ਨ ਦੇ ਵਿੱਚ ਆਈ ਹੈ। ਪੂਰੀ ਟੀਮ ਦੇ ਨਾਲ ਵੱਡੇ ਅਧਿਕਾਰੀ ਇਸ ਪਿੰਡ ਦੇ ਵਿੱਚ ਪਹੁੰਚ ਗਏ ਤੇ ਫਿਰ ਲੋਕਾਂ ਦੇ ਨਾਲ ਗੱਲਬਾਤ ਵੀ ਹੋਈ ਤੇ ਨਾਲ ਹੀ ਘਰਾਂ ਦੀ ਤਲਾਸ਼ੀ ਵੀ ਲਈ ਗਈ। ਘਰਾਂ ਦੇ ਵਿੱਚ ਵੜ ਕੇ ਚੈਕਿੰਗ ਕੀਤੀ ਗਈ। ਚਿੱਟੇ ਤੋਂ ਪਰੇਸ਼ਾਨ ਲੋਕਾਂ ਨੇ ਰੋਜ਼ ਦੇ ਵਜੋਂ ਇੱਕ ਬੋਰਡ ਲਗਾ ਦਿੱਤਾ ਸੀ, ਉਹ ਵੀ ਕੁਝ ਹੀ ਪਲਾਂ 'ਚ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਅਸੀਂ ਬੋਰਡ ਦਿਖਾਵਾਂਗੇ। ਬੋਰਡ ਦੇ ਉੱਤੇ ਲਿਖਿਆ ਗਿਆ ਸੀ ਚਿੱਟਾ ਇੱਧਰ ਮਿਲਦਾ ਹੈ। ਨਿਊਜ਼ 18 ਨੇ ਪ੍ਰਮੁਖਤਾ ਦੇ ਨਾਲ ਉਹ ਖਬਰ ਦਿਖਾਈ। ਪਿੰਡ ਦੇ ਲੋਕਾਂ ਦਾ ਇਲਜ਼ਾਮ ਹੈ ਕਿ ਪਿੰਡ ਦੇ ਵਿੱਚ ਸ਼ਰੇਆਮ ਨਸ਼ਾ ਵਿਕਦਾ ਹੈ। 16 ਤੋਂ 18 ਸਾਲਾਂ ਦੇ ਨੌਜਵਾਨ ਨਸ਼ਾ ਕਰਦੇ ਨੇ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਤਾਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ, ਇਸ ਤਰੀਕੇ ਦੇ ਇਲਜ਼ਾਮ ਲਗਾਏ ਗਏ ਸੀ ਔਰ ਉਹ ਬੋਰਡ ਲਗਾਇਆ ਗਿਆ ਔਰ ਉਸ ਬੋਰਡ ਦੀ ਵਜ੍ਹਾ ਦੇ ਨਾਲ ਐਕਸ਼ਨ ਤਾਂ ਜ਼ਬਰਦਸਤ ਹੋਇਆ। ਖੈਰ ਕਈ ਵਾਰ ਤਰੀਕਾ ਵੱਖਰਾ ਹੋ ਜਾਂਦਾ ਹੈ ਆਪਣੀ ਗੱਲ ਪਹੁੰਚਾਉਣ ਦਾ ਔਰ ਪਿੰਡ ਦੇ ਲੋਕਾਂ ਨੇ ਜਾਂ ਨੌਜਵਾਨਾਂ ਨੇ ਕੁਝ ਸੋਚਿਆ ਅਜਿਹਾ, ਇੱਕ ਬੋਰਡ ਲਗਾ ਦਿੱਤਾ। ਉਸ ਤੋਂ ਬਾਅਦ ਨਿਊਜ਼ 18 ਨੇ ਉਸ ਖਬਰ ਨੂੰ ਪ੍ਰਮੁਖਤਾ ਦੇ ਨਾਲ ਦਿਖਾਇਆ ਕਿ ਵਾਕਈ ਪਿੰਡ ਦੇ ਵਿੱਚ ਇੰਨਾ ਜ਼ਬਰਦਸਤ ਇਸ ਸਮੇਂ ਨੈਕਸਸ ਹੈ ਨਸ਼ੇ ਦੇ ਸੁਦਾਗਰਾਂ ਦਾ ਕਿ ਨਸ਼ਾ ਸ਼ਰੇਆਮ ਵਿਕ ਰਿਹਾ ਤੇ ਬੋਰਡ ਤੱਕ ਲਗਾ ਦਿੱਤੇ ਗਏ। ਆਮ ਤੌਰ ਤੇ ਅਜਿਹੇ ਬੋਰਡ ਕਿੱਥੇ ਹੁੰਦੇ ਨੇ? ਬਹੁਤ ਸਾਰੀਆਂ ਥਾਵਾਂ ਦੇ ਉੱਤੇ ਜਦੋਂ ਕਿਸੇ ਨੇ ਆਪਣੀ ਕਿਸੇ ਦੁਕਾਨ ਦੀ ਮਸ਼ਹੂਰੀ ਕਰਨੀ ਹੋਵੇ ਤਾਂ ਲਿਖ ਦਿੱਤਾ ਜਾਂਦਾ ਹੈ ਕਿ
फलाना सामान इधर मिलता है, पेट्रोल पंप इधर है, या फिर कोई होर की कोई दुकान का जिक्र किया जाता है कि इस वाले साइड है उत्थे एरो बना दिता जाता, तुसीं देखिया होएगा। तो उस तरीके नाल ही पिंड वालियां ने एक बोर्ड लगा दिता, हालांकि हैंड रिटन सी, हत्थ दे नाल ही बना के वो बोर्ड लगाया गया सी, जिस दे विच लिखिया गया सी नशा इधर मिलता है। तो उस तो बाद पुलिस एक्शन दे विच जरूर नजर आ रही है। न्यूज़ 18 पंजाब ने वो खबर दिखाई सी। मैं तुहानूं दिखाना है, कोशिश करांगा कि वो बोर्ड वाली तस्वीर भी दिखा सकीए, ਜਿਹੜੀ ਇੱਕ ਦਿਨ ਪਹਿਲਾਂ ਨਿਊਜ਼ 18 ਨੇ ਬਹੁਤ ਪ੍ਰਮੁਖਤਾ ਦੇ ਨਾਲ ਉਹ ਖਬਰ ਦਿਖਾਈ ਸੀ। ਜਿਹੜਾ ਬੋਰਡ ਖੇਤਾਂ ਦੇ ਵਿੱਚ ਲੱਗਿਆ ਨਜ਼ਰ ਆ ਰਿਹਾ ਸੀ, ਜਿਸ ਦੇ ਉੱਤੇ ਲਿਖਿਆ ਗਿਆ ਸੀ ਕਿ ਚਿੱਟਾ ਇੱਧਰ ਮਿਲਦਾ ਹੈ। ਜੀ ਹਾਂ, ਬੋਰਡ ਉਹ ਆ ਚੁੱਕਿਆ ਹੈ। ਇਹ ਬੋਰਡ ਲੱਗਿਆ ਸੀ। ਬੋਰਡ ਵਾਲੀ ਪੂਰੀ ਖਬਰ ਨੂੰ ਨਿਊਜ਼ 18 ਨੇ ਪ੍ਰਮੁਖਤਾ ਦੇ ਨਾਲ ਦਿਖਾਇਆ। ਸਾਡੀ ਕੋਸ਼ਿਸ਼ ਹਮੇਸ਼ਾ ਤੋਂ ਰਹਿੰਦੀ ਹੈ ਕਿ ਜੇਕਰ ਅਜਿਹਾ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਜਾਂ ਤੁਹਾਡੇ ਪਿੰਡ ਦੇ ਵਿੱਚ ਜਾਂ ਕਿਸੇ ਦੇ ਵੀ ਪਿੰਡ ਦੇ ਵਿੱਚ, ਤਾਂ ਉਹ ਜ਼ਰੂਰ ਪ੍ਰਸ਼ਾਸਨ ਤੱਕ ਪਹੁੰਚੇ। ਇਸ ਬੋਰਡ ਦਾ ਕਮਾਲ ਇਹ ਹੈ ਕਿ ਵੱਡੇ ਅਧਿਕਾਰੀਆਂ ਨੂੰ ਪਿੰਡ ਬਾਰੇ ਪਤਾ ਲੱਗ ਗਿਆ। ਭਾਈ ਬਖਤੌਰ ਸਿੰਘ ਪਿੰਡ ਹੈ ਔਰ ਹੁਣ ਐਕਸ਼ਨ ਹੋਇਆ। ਵੱਡੀ ਗਿਣਤੀ ਦੇ ਵਿੱਚ ਪੁਲਿਸ ਦੇ ਮੁਲਾਜ਼ਮ ਉੱਥੇ ਪਹੁੰਚੇ, ਜਿਨ੍ਹਾਂ ਦੇ ਵੱਲੋਂ ਸਰਚ ਆਪਰੇਸ਼ਨ ਪੂਰੇ ਪਿੰਡ ਦੇ ਵਿੱਚ ਘਰ ਘਰ ਦੇ ਵਿੱਚ ਚਲਾਇਆ ਗਿਆ। ਹਲਕਾ ਦੇ ਵਿੱਚ ਪਿੰਡ ਜੋਧਪੁਰ ਪਾਕੜ ਔਰ ਦੂਸਰਾ ਬਟਿੰਡਾ ਦਿਹਾਤੀ ਹਲਕੇ ਦੇ ਵਿੱਚ ਪਿੰਡ ਕੋਟਪਤਾ ਹੈ। इन दोनों एरिया ਦੇ ਵਿੱਚ ਨਸ਼ਾ ਕੇ ਲੇਕਿਨ ਨਸ਼ਾ ਤਸਕਰ को ਕਾਬੂ ਕਰਨ ਲਈ भारी मात्रा ਦੀ फोर्स लेके ਅਸੀਂ चेकिंग की गई है। पिछले कुछ दिनों ਦੇ ਵਿੱਚ इन ਪਿੰਡ ਦੇ बीच में किसी ਵੱਲੋਂ एक बोर्ड लगाया गया है, इतने नशा मिलता है, चिट्टा मिलता है। उसके कारण ਅਸੀਂ ये दोनों पिंड ਦੀ टारगेट करके आइडेंटिफाई। ਤਾਂ ਪੁਲਿਸ ਨੇ ਇਸ ਐਕਸ਼ਨ ਦੇ ਦੌਰਾਨ 7 ਲੋਕਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਹੈ, ਤਾਂ ਕਿ ਪਿੰਡ ਦੇ ਵਿੱਚੋਂ ਨਸ਼ਾ ਖਤਮ ਹੋ ਜਾਏਗਾ। ਇੱਕ ਬੋਰਡ ਦੇ ਲੱਗਣ ਤੋਂ ਬਾਅਦ, ਪੁਲਿਸ ਦੇ ਇਸ ਐਕਸ਼ਨ ਤੋਂ ਬਾਅਦ ਇਹ ਵੱਡਾ ਸਵਾਲ